ਵੈਲਕਮ ਬੈਕ। ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ ਆਪਣੇ ਦਰਸ਼ਕਾਂ ਦੋਸਤਾਂ ਦਾ। ਅੱਜ ਦਾ ਜਿਹੜਾ ਮਸਲਾ ਆ ਉਹ ਇੱਕ ਬਹੁਤ ਅਹਿਮ ਮਸਲਾ ਸਾਡੇ ਪੰਜਾਬ ਦੇ ਨਾਲ ਜੁੜਿਆ ਹੋਇਆ ਔਰ ਸਿੱਖੀ ਦੇ ਨਾਲ ਜੁੜਿਆ ਹੋਇਆ। ਹਾਈ ਕੋਰਟ ਵਿੱਚੋਂ ਕੋਲੀਜੀਅਮ ਦੀ ਇੱਕ ਰਿਪੋਰਟ ਜਾਂਦੀ ਹੈ ਜਿਹਦੇ ਵਿੱਚ ਜੱਜਸ ਦੇ ਨਾਮ ਸ਼ਾਰਟਲਿਸਟ ਹੋ ਕੇ ਜਾਂਦੇ ਆ। ਉਹਨਾਂ ਦੀ ਭਰਤੀ ਹੁੰਦੀ ਆ ਇੱਕ ਤਰ੍ਹਾਂ ਐਲੀਵੇਟ ਨਾਮ ਜਿਹੜਾ ਐਗਜ਼ੈਕਟਲੀ ਯੂਜ਼ ਕੀਤਾ ਜਾਂਦਾ ਹੈ। ਉਸ ਐਲੀਵੇਸ਼ਨ ਦੇ ਵਿੱਚ 11 ਜੱਜਸ ਨੂੰ ਸਿਲੈਕਟ ਕੀਤਾ ਜਾਂਦਾ ਹੈ, ਪਰ ਉਹਨਾਂ 11 ਜੱਜਸ ਦੇ ਵਿੱਚੋਂ ਇੱਕ ਵੀ ਨਾਮ ਜਿਹੜਾ ਉਹ ਸਿੱਖ ਨਾ ਹੋਣ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਈ ਤਰ੍ਹਾਂ ਦੇ ਸਵਾਲ ਜਿਹੜੇ ਖੜੇ ਵੀ ਕੀਤੇ ਗਏ ਨੇ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਲੈਟਰ ਲਿਖਿਆ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ। ਇਸੇ ਹੀ ਗੱਲ ਤੇ ਚਰਚਾ ਕਰਾਂਗੇ ਕਿਉਂਕਿ ਪੰਜਾਬ ਹਰਿਆਣਾ ਹਾਈ ਕੋਰਟ ਜੋ ਪੰਜਾਬ ਦੀ ਹਾਈ ਕੋਰਟ ਉਹਦੇ ਵਿੱਚ ਬਾਅਦ ਵਿੱਚ ਹਰਿਆਣਾ ਐਡ ਹੁੰਦਾ ਹੈ, ਉਹਦੇ ਵਿੱਚ ਸਿੱਖਾਂ ਦਾ ਇੱਕ ਵੀ ਨੁਮਾਇੰਦਾ ਐਜ਼ ਅ ਜੱਜ ਐਲੀਵੇਟ ਨਾ ਹੋਣਾ ਆਪਣੀ ਟੈਲੈਂਟ ਦੇ ਬੇਸ ਤੇ ਕਾਬਲੀਅਤ ਦੇ ਬੇਸ ਤੇ ਇਸ ਚੀਜ਼ ਤੇ ਆਪਾਂ ਡਿਟੇਲ ਦੇ ਨਾਲ ਚਰਚਾ ਕਰਨ ਦੀ ਅੱਜ ਇਸ ਵੀਡੀਓ ਦੇ ਵਿੱਚ ਕਰਾਂਗੇ। ਔਰ ਅੱਜ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਪੋਕਸਪਰਸਨ ਚਰਨਜੀਤ ਸਿੰਘ ਬਰਾੜ ਨੇ। ਸਭ ਤੋਂ ਪਹਿਲਾਂ ਧੰਨਵਾਦ ਸਰ, ਤੁਸੀਂ ਆਪਣਾ ਟਾਈਮ ਦਿੱਤਾ। ਮੈਂ ਸਭ ਤੋਂ ਪਹਿਲਾ ਸਵਾਲ ਤੁਹਾਡੇ ਵੱਲ ਇਹੀ ਲੈ ਕੇ ਆਵਾਂਗੀ ਕਿ ਤੁਸੀਂ ਇਸ ਚੀਜ਼ ਨੂੰ ਕਿ ਹਾਈ ਕੋਰਟ ਦੇ ਜੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜਸ ਦੀ ਐਲੀਵੇਸ਼ਨ ਦੇ ਵਿੱਚ ਸਿੱਖ ਨਾਮ ਇੱਕ ਵੀ ਨਾ ਹੋਣ ਨੂੰ ਵਿਤਕਰਾ ਸਮਝਦੇ ਹੋ ਕਿ ਸਿੱਖਾਂ ਦੀ ਜਾਂ ਪੰਜਾਬੀਆਂ ਦੀ ਪ੍ਰਤੀਨਿਧਤਾ ਘਟ ਰਹੀ ਹੈ? ਇਹਦੇ ਤੇ ਤੁਹਾਡਾ ਟੇਕ ਕੀ ਹੈ? ਮਨਵੀਰ ਜੀ, ਪਹਿਲਾਂ ਤਾਂ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਲੋਕਾਂ ਦੇ ਰੂਬਰੂ ਕਰ ਰਹੇ ਹੋ। ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਦਿਆਂ ਦਰੁਸਤ ਕਰਦਿਆਂ ਕਿ ਸਾਡੀ ਪਾਰਟੀ ਦਾ ਨਾਂ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ ਹੈ, ਨਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ। ਕਿਰਪਾ ਕਰਕੇ ਇਹ ਇੱਕ ਮੀਡੀਆ ਦੇ ਵਿੱਚ ਧਾਰਨਾ ਹੀ ਬਣਦੀ ਜਾ ਰਹੀ ਹੈ। ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਪ੍ਰਧਾਨ ਰਹੇ, ਅੱਜ ਕੱਲ੍ਹ ਸਰਦਾਰ ਸੁਖਬੀਰ ਸਿੰਘ ਬਾਦਲ ਨੇ। ਇਹ ਕੋਈ ਪਰਿਵਾਰ ਦੀ ਪਾਰਟੀ ਨਹੀਂ ਹੈ, ਇਹ 100 ਸਾਲ ਦਾ ਬੜਾ ਲੰਮਾ ਪੁਰਾਣਾ ਇਤਿਹਾਸ ਸਮੋਈ ਗੋਠੀ ਪਾਰਟੀ ਹੈ। ਔਰ ਜਦੋਂ ਤੁਸੀਂ ਪਿੱਛੇ ਤੇ ਬਾਦਲ ਲਾ ਦਿੰਦੇ ਹੋ ਤਾਂ ਇਹ ਲੱਗਦਾ ਕਿ ਇੱਕ ਪਰਿਵਾਰ ਦੀ ਪਾਰਟੀ ਹੈ। ਇਸ ਲਈ ਮਾਫੀ ਚਾਹੁੰਦਾ ਇਹਨਾਂ ਅੱਗੇ ਤੋਂ ਕਿਰਪਾ ਕਰਿਓ ਦਰੁਸਤ ਕਰਕੇ ਰੱਖੋ। ਜੀ ਜੀ ਦੂਸਰਾ ਜਿਹੜਾ ਜੀ ਸਵਾਲ ਸਰ। ਤੁਹਾਡਾ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ। ਦੇਖੋ, ਜਦੋਂ ਕੋਈ ਵੀ ਸਿੱਖ ਜਾਂ ਪੰਜਾਬ ਦੇ ਵਿੱਚ ਬੈਠਾ ਇਨਸਾਨ ਕੱਲ ਜਦੋਂ 15 ਅਗਸਤ ਦਾ ਦਿਹਾੜਾ ਲੰਘ ਕੇ ਗਿਆ ਪਰਸੋਂ, ਤਾਂ ਅਸੀਂ ਉਸ ਆਜ਼ਾਦੀ ਦੀਆਂ ਲਹਿਰਾਂ ਦੇ ਵੱਲ ਨਿਗਾਹ ਮਾਰਦੇ ਹਾਂ। ਭਾਵੇਂ ਬੱਬਰ ਅਕਾਲੀ ਲਹਿਰ ਹੋਵੇ, ਭਾਵੇਂ ਕੂਕਾ ਲਹਿਰ ਹੋਵੇ, ਭਾਵੇਂ ਵੱਖ-ਵੱਖ ਸਮਿਆਂ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਅੰਦੋਲਨ ਲੜਿਆ ਗਿਆ ਹੋਵੇ, ਤੇ ਉਹਦੇ ਵਿੱਚ ਜਦੋਂ ਅਸੀਂ ਨਜ਼ਰ ਮਾਰਦੇ ਹਾਂ ਤੇ ਉਹਦੇ ਵਿੱਚ ਸਭ ਤੋਂ ਉੱਪਰ ਜਿਹੜੇ ਆ ਉਹ ਸਿੱਖ ਤੇ ਪੰਜਾਬੀ ਆਉਂਦੇ ਆ। ਜੇ 121 ਸ਼ਹਾਦਤਾਂ ਦਿੱਤੀਆਂ ਦੇਸ਼ ਦੀ ਆਜ਼ਾਦੀ ਲੈਣ ਲਈ, ਤਾਂ ਉਸ 121 ਦੇ ਵਿੱਚ 93 ਲੋਕ ਜਿਹੜੇ ਉਹ ਸਿੱਖ ਸੀ। ਜੇ 2646 ਬੰਦੇ ਕਾਲੇ ਪਾਣੀ ਦੀ ਸਖਤ ਕੈਦ ਦੇ ਵਿੱਚ ਭੇਜੇ ਗਏ, ਤੇ ਉਹਦੇ ਵਿੱਚੋਂ 2147 ਜਿਹੜੇ ਹੈ ਉਹ ਸਿੱਖ ਸੀ ਤੇ ਪੰਜਾਬੀ ਸੀ। ਜੇ ਜਲਿਆਂਵਾਲੇ ਬਾਗ ਦੀ ਗੱਲ ਕਰ ਲਈਏ, ਉੱਥੇ ਵੀ ਸਿੱਖ ਜਿਹੜੇ ਸੀਗੇ 799 ਦੇ ਕਰੀਬ ਜਿਹੜੀ ਗਿਣਤੀ ਆਉਂਦੀ ਹੈ। ਵੈਸੇ ਤਾਂ 2000 ਦੇ ਕਰੀਬ ਕਹਿ ਰਹੇ ਆ, ਪਰ ਜੋ ਗਿਣਤੀ ਅੱਜ ਕੱਲ ਕਿਤੇ ਵੀ ਆਪਾਂ ਲਿਖਿਆ ਪੜ੍ਹਦੇ ਤਾਂ 799 ਦੀ ਆਉਂਦੀ ਹੈ। ਬਜ ਘਾਟ ਤੇ ਹੋਏ 67 ਸਿੱਖਾਂ ਦਾ। ਜਿੱਥੇ ਕਿਤੇ ਵੀ ਤੁਸੀਂ ਦੇਖੋਗੇ ਤਾਂ ਸਾਰਿਆਂ ਤੋਂ ਵੱਧ ਕੁਰਬਾਨੀਆਂ ਜਿਹੜੀਆਂ ਹੈ ਉਹ ਸਿੱਖ ਕੌਮ ਨੇ ਦਿੱਤੀਆਂ ਜਾਂ ਪੰਜਾਬੀਆਂ ਨੇ ਦਿੱਤੀਆਂ। ਔਰ ਉਸ ਤੋਂ ਬਾਅਦ ਬੰਗਾਲ ਦਾ ਨਾਂ ਆਉਂਦਾ। ਔਰ ਜਦੋਂ ਇਸ ਕਿਸਮ ਦਾ ਵਿਤਕਰਾ ਇਹ ਇੱਥੇ ਹੀ ਸ਼ੁਰੂ ਨਹੀਂ ਹੋਇਆ ਮਨਵੀਰ ਜੀ। ਕਈ ਵਾਰੀ ਜਦੋਂ ਪੰਜਾਬ ਤੋਂ ਜਾਂ ਸਿੱਖਾਂ ਤੋਂ ਜਾਂ ਸ਼੍ਰੋਮਣੀ ਅਕਾਲੀ ਦਲ ਤੋਂ ਕੋਈ ਆਵਾਜ਼ ਉਠਾਉਂਦਾ ਹੈ ਤੇ ਉਹਨੂੰ ਕਿਸੇ ਖਿੱਤੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਸਾਡੀ ਪਹਿਲਾਂ ਫੌਜ ਦੇ ਵਿੱਚੋਂ ਜਿਹੜੀ 2% ਦੀ ਜਾਂ ਜਿੰਨੀ ਵੀ ਸਾਡੀ ਇੱਕ ਰੇਸ਼ੋ ਸੀ ਉਹਨੂੰ ਵੀ ਘਟਾ ਦਿੱਤਾ ਗਿਆ। ਫਿਰ ਸਾਡੀ ਰਾਜਧਾਨੀ ਚੰਡੀਗੜ੍ਹ ਦੇਣਾ ਦੂਰ ਦੀ ਗੱਲ, ਜਿੱਥੇ 60% ਸਾਡਾ ਹਿੱਸਾ ਹੁੰਦਾ ਸੀ, ਉਹਨੂੰ ਵੀ ਮਾਰ ਦਿੱਤਾ ਗਿਆ। ਫਿਰ ਇੱਥੇ ਪੰਜਾਬੀ ਸੂਬਾ ਹੈ ਔਰ ਪੰਜਾਬ ਦੀ ਰਾਜਧਾਨੀ ਹੈ, ਔਰ ਪੰਜਾਬੀ ਨੂੰ ਕੱਢ ਹੀ ਦਿੱਤਾ ਗਿਆ। ਔਰ ਇੱਥੋਂ ਦੀ ਜਿਹੜੀ ਮੁੱਖ ਭਾਸ਼ਾ ਉਹ ਅੰਗਰੇਜ਼ੀ ਬਣਾਤੀ। ਹਾਲਾਂਕਿ ਸੈਂਸਸ ਦਾ ਵੀ ਅਸੀਂ ਰਿਕਾਰਡ ਕਢਾਇਆ, 1% ਵੀ ਲੋਕਾਂ ਨੇ ਆਪਦੀ ਅੰਗਰੇਜ਼ੀ ਭਾਸ਼ਾ ਨਹੀਂ ਲਿਖਾਈ। ਔਰ ਜਦੋਂ ਝਾਤ ਮਾਰਦੇ ਆ ਕਿ ਇਹ ਜੱਜਸ ਦੀ ਨਿਯੁਕਤੀ ਤੇ, ਮੈਂ ਸਮਝਦਾ ਇੱਥੇ ਦੋਨੋਂ ਸਰਕਾਰਾਂ ਦੀ ਕਿਤੇ ਨਾ ਕਿਤੇ ਗਲਤੀ ਹੋਈ ਹੈ। ਪੰਜਾਬ ਸਰਕਾਰ ਜਿਹੜੀ ਮੌਜੂਦਾ ਸਰਕਾਰ ਹੈ, ਇਹਨਾਂ ਦੇ ਸਰਕਾਰ ਵੇਲੇ ਫਾਈਲ ਮੂਵ ਹੋਈ ਹੈ, ਇਹਨਾਂ ਨੂੰ ਵੀ ਇਸ ਗੱਲ ਦਾ ਇਤਰਾਜ਼ ਹੋਣਾ ਚਾਹੀਦਾ ਸੀ, ਖਿਆਲ ਰੱਖਣਾ ਚਾਹੀਦਾ ਸੀ। ਇਹ ਵੀ ਉਸੇ ਲੀਹਾਂ ਤੇ ਚੱਲਦੇ ਆ ਜਿਹੜੀਆਂ ਤੇ ਦਿੱਲੀ 'ਚ ਬੈਠੀ ਕੇਂਦਰ ਸਰਕਾਰ ਚੱਲਦੀ ਹੈ। ਪਰ ਸਭ ਤੋਂ ਵੱਡੀ ਗੱਲ ਹੈ ਕਿ ਕੁਲੀਜ਼ਮ ਦੇ ਫੈਸਲੇ ਤੋਂ ਬਾਅਦ ਵੀ ਨਾਮ ਡਿਲਿਊਟ ਹੋ ਜਾਣੇ, ਇਹ ਮੇਰਾ ਖਿਆਲ ਹੈ ਫਿਰ ਕੁਲੀਜ਼ਮ ਬਣਾਉਣ ਦੀ ਕੀ ਲੋੜ ਆ। ਫਿਰ ਇਕੱਲੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸਾਹਿਬ ਬੈਠ ਕੇ ਕੋਈ RSS ਤੋਂ ਨਾਂ ਲੈ ਲੈਣ, ਕੁਛ ਆਪਦੀ ਪਾਰਟੀ ਚੋਂ ਲੈ ਲੈਣ ਤੇ ਉਹਨਾਂ ਨੂੰ ਨਿਯੁਕਤ ਕਰ ਦੇਣ। ਮੇਰਾ ਖਿਆਲ ਤਾਂ ਬਿਹਤਰ ਇਹੀ ਤਰੀਕਾ ਹੋਊਗਾ। ਜੇ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਕੁਲੀਜ਼ਨ ਬਣੀ ਹੈ, ਜਿਹੜੀ ਜੱਜਾਂ ਦੀ ਚੋਣ ਕਰਦੀ ਹੈ, ਜੇ ਉਹਨਾਂ ਦੇ ਨਾਵਾਂ ਮਤਲਬ ਡਿਕਲੇਅਰ ਕਰਨ ਤੋਂ ਬਾਅਦ ਵੀ ਨਾਵਾਂ ਤੇ ਸਰਕਾਰ ਰੋਕ ਲਾ ਸਕਦੀ ਹੈ, ਤੇ ਫਿਰ ਤਾਂ ਕੁਲੀਜ਼ਮ ਦੀ ਇੱਕ
मैं कहूँगा कि कुलीਜ਼ਮ ਦੀ ਅਥੈਂਟਿਸਿਟੀ ਤੇ ਸਵਾਲ ਹੋ ਗਿਆ, ਕੁਲੀਜ਼ਮ ਦੀ ਚੋਣ ਦੇ ਉੱਤੇ ਹੀ ਸਵਾਲ ਹੋ ਗਿਆ, ਤੇ ਫਿਰ ਕਿਹਦੇ ਤੇ ਯਕੀਨ ਕੀਤਾ ਜਾਊਗਾ। ਇਸ ਕਰਕੇ ਸਾਡੀ ਕੇਂਦਰ ਸਰਕਾਰ ਨੂੰ ਪੁਰਜੋਰ ਮੰਗ ਹੈ, ਬੇਨਤੀ ਹੈ ਕਿ ਜਿੱਥੇ ਆਜ਼ਾਦੀ ਦੇ ਵਿੱਚ ਅਸੀਂ ਵੱਡਾ ਹਿੱਸਾ ਪਾਇਆ, ਔਰ ਅੱਜ ਵੀ ਜੇ ਦੇਸ਼ ਨੂੰ ਲੋੜ ਪੈਂਦੀ ਹੈ, ਆ ਕਰੋਨਾ ਕਾਲ ਦੇ ਦੌਰਾਨ ਕੀ ਹੋਇਆ, ਜਿੱਥੇ ਡਾਕਟਰ ਸਾਹਿਬਾਨਾਂ ਨੇ, ਨਰਸਾਂ ਨੇ, ਉਹਨਾਂ ਦੇ ਸਟਾਫ ਨੇ, ਜਿੱਥੇ ਪੁਲਿਸ ਕਰਮੀਆਂ ਨੇ, ਸਾਡੇ ਸਿਕਿਉਰਿਟੀ ਅਫਸਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਸਿੱਖਾਂ ਨੇ ਵਰਲਡ ਦੇ ਕੋਨੇ-ਕੋਨੇ ਦੇ ਵਿੱਚ ਭੁੱਖਿਆਂ ਨੂੰ ਲੰਗਰ ਛਕਾ ਕੇ, ਲੋੜਵੰਦਾਂ ਦੀ ਮਦਦ ਕਰਕੇ, ਸੈਂਕੜਿਆਂ ਦੀ ਤਾਦਾਦ 'ਚ ਕਈ ਲੋਕ ਐਸੇ ਆ ਜਿਨ੍ਹਾਂ ਨੇ ਲਾਸ਼ਾਂ ਘਰ ਦੇ ਤਾਂ ਚੁੱਕਦੇ ਨਹੀਂ ਸੀ ਤੇ ਉਹਨਾਂ ਦੇ ਸੰਸਕਾਰ ਤੱਕ ਵੀ ਕੀਤੇ। ਇਹ ਸਿੱਖਾਂ ਦੇ ਹਿੱਸੇ ਆਇਆ। ਇਸ ਕਰਕੇ ਮੇਰੀ ਬੇਨਤੀ ਹੈ ਕਿ ਵੱਖ-ਵੱਖ ਨਾਵਾਂ ਦੇ ਉੱਤੇ ਭਾਵੇਂ ਕਿੰਨੀਆਂ ਸੰਸਥਾਵਾਂ ਚੱਲਦੀਆਂ, ਅੱਜ ਦੇਸ਼ ਦੇ ਜਿਹੜੇ USA ਦੇ ਰਾਸ਼ਟਰਪਤੀ ਨੂੰ, ਲੰਡਨ ਦੇ ਸਾਡੇ ਰਾਸ਼ਟਰਪਤੀ ਜਾਂ ਉੱਥੋਂ ਦੀ ਮਹਾਰਾਣੀ ਨੂੰ ਕਿਉਂ ਕਹਿਣਾ ਪਿਆ ਕਰੋਨਾ ਦੇ ਦੌਰਾਨ ਕਿ ਹਰ ਗਲੀ ਦੇ ਵਿੱਚ ਇੱਕ ਸਿੱਖ ਹੋਣਾ ਚਾਹੀਦਾ, ਇੱਕ ਸਿੱਖ ਘਰ ਹੋਣਾ ਚਾਹੀਦਾ, ਤੇ ਵਰਲਡ ਕਦੇ ਭੁੱਖਾ ਨਹੀਂ ਮਰੂਗਾ। ਇੱਕ ਪਾਸੇ ਸਾਡੀਆਂ ਉਦਾਹਰਨਾਂ ਸਾਰੇ ਵਰਲਡ ਦੇ ਵਿੱਚ ਦਿੱਤੀਆਂ ਜਾਂਦੀਆਂ ਹੋਣ, ਤੇ ਇੱਕ ਪਾਸੇ ਜਿੱਥੇ ਅਸੀਂ ਸਿੱਖਾਂ ਦੀ ਬਹੁਤਾਤ ਹੈ, ਉਹ ਸਾਡੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਦੋਂ ਜੱਜਾਂ ਦੀ ਨਿਯੁਕਤੀ ਹੁੰਦੀ ਹੈ ਤੇ ਉਹਦੇ ਵਿੱਚ ਕੁਲੀਜ਼ਮ ਦੀ ਚੋਣ ਤੋਂ ਬਾਅਦ ਵੀ ਨਾਂ ਡਿਲੀਟ ਕਰ ਦਿੱਤੇ ਜਾਂਦੇ ਆ, ਔਰ ਪਹਿਲਾਂ ਵੀ ਜਿਹੜਾ ਹੈਗਾ ਉਹ ਖਿਆਲ ਨਹੀਂ ਰੱਖਿਆ ਜਾਂਦਾ। ਇਸ ਕਰਕੇ ਬੇਨਤੀ ਹੈ ਕਿ ਇਸ ਵਿਤਕਰੇ ਨੂੰ ਦੂਰ ਕੀਤਾ ਜਾਵੇ। ਸਾਡੀ ਇਹੀ ਫਰਿਆਦ ਬੇਨਤੀ ਹੈ, ਕਿਉਂਕਿ ਅੱਜ ਆਜ਼ਾਦ ਭਾਰਤ ਦੇ ਵਿੱਚ ਜਿਹੜੇ ਮੁਲਕ ਦੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਬੈਠੇ ਨੇ, ਰਾਸ਼ਟਰਪਤੀ ਸਾਹਿਬ ਬੈਠੇ ਨੇ, ਅਸੀਂ ਉਹਨਾਂ ਤੋਂ ਮੰਗ ਹੀ ਕਰ ਸਕਦੇ ਹਾਂ। ਚਰਨਜੀਤ ਸਿੰਘ ਜੀ, ਇਹ ਜਿਹੜੀ ਲਿਸਟ ਬਣ ਕੇ ਗਈ ਸੀ ਜੁਲਾਈ 2022 ਦੇ ਵਿੱਚ, ਇਹ ਲਿਸਟ ਦੇ ਵਿੱਚ 13 ਐਦਾਂ ਦੇ ਐਡਵੋਕੇਟ, ਸੀਨੀਅਰ ਐਡਵੋਕੇਟਸ ਦੇ ਨਾਮ ਸੀ ਜਿਨ੍ਹਾਂ ਨੂੰ ਹਾਈ ਕੋਰਟ ਪੰਜਾਬ ਹਰਿਆਣਾ ਕਹਿੰਦੇ ਸੀ ਵੀ ਐਲੀਵੇਟ ਕਰ ਦਿੱਤਾ ਜਾਣਾ ਚਾਹੀਦਾ, ਉਹਨਾਂ ਵੱਲੋਂ ਅਪਰੂਵ ਹੋ ਕੇ ਗਈ ਸੀ। ਸੁਪਰੀਮ ਕੋਰਟ ਵੱਲੋਂ ਵੀ ਅਪਰੂਵ ਹੋਏ ਉਹ ਨਾਮ, ਔਰ ਲਾਅ ਮਿਨਿਸਟਰੀ ਦੇ ਕੋਲ ਜਿਹੜਾ ਇੱਕ ਪ੍ਰੋਸੀਜਰ ਐਟ ਦਾ ਐਂਡ ਜਾਂਦਾ, ਉੱਥੋਂ 2 ਨਾਮ ਕੱਢੇ ਗਏ ਨੇ। ਇੱਕ ਸੀਗਾ ਹਰਪ੍ਰੀਤ ਸਿੰਘ ਬਰਾੜ ਦਾ, ਦੂਸਰਾ ਨਾਮ ਸੀ ਕੋਈ ਤਿਵਾੜੀ ਹੈ, ਸ਼ਾਇਦ ਉਹਨਾਂ ਦਾ ਨਾਮ ਪੂਰੀ ਤਰ੍ਹਾਂ ਨਹੀਂ ਇੱਥੇ ਮੈਨੂੰ ਇਸ ਟਾਈਮ ਯਾਦ ਹੈਗਾ, ਉਹਦੇ ਲਈ ਮੇਰੀ ਮਾਫੀ ਹੈ। ਹੁਣ ਇੱਥੇ ਇੱਕ ਸਵਾਲ ਇਹ ਵੀ 2 ਸਵਾਲ ਨੇ ਬੇਸਿਕਲੀ ਤੁਹਾਡੇ ਅੱਗੇ। ਪਹਿਲਾ ਸਵਾਲ ਇਹ ਹੈ ਕਿ ਜਦੋਂ ਤਾਂ ਉਹ ਲਿਸਟ ਹੀ ਗਈ, ਉਸੇ ਟਾਈਮ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ, ਹੁਣ ਮੈਂ ਪਿੱਛੇ ਬਾਦਲ ਨਹੀਂ ਲਾਵਾਂਗੀ, ਇਸ ਚੀਜ਼ ਦਾ ਧਿਆਨ ਕਿਉਂ ਨਹੀਂ ਰੱਖਿਆ ਗਿਆ ਕਿ ਉਹ 13 ਮੈਂਬਰਾਂ ਦੀ ਲਿਸਟ ਦੇ ਵਿੱਚੋਂ ਸਿਰਫ ਇੱਕ ਨਾਮ ਸਿੱਖ ਸੀਗਾ, ਹਰਪ੍ਰੀਤ ਸਿੰਘ ਬਰਾੜ, ਬਾਕੀ ਨਾਮ ਸਾਰੇ ਨੌਨ ਸਿੱਖ ਸੀ। ਜਿੱਥੇ ਆਪਾਂ ਅਗਰ ਪੰਜਾਬ ਦੀ ਮੈਜੋਰਿਟੀ ਸੂਬਾ ਦੇਖੀਏ ਤਾਂ ਮੈਜੋਰਿਟੀ ਸਿੱਖ ਪੋਪੂਲੇਸ਼ਨ ਆ, ਤਾਂ ਉਹਨਾਂ ਦਾ ਨਾਮ ਇੱਕ ਕਿਉਂ ਸੀ? ਔਰ ਦੂਸਰਾ ਸਵਾਲ ਜੋ ਤੁਹਾਡੇ ਵੱਲ ਮੇਰਾ ਹੈਗਾ ਕਿ ਹਰਪ੍ਰੀਤ ਸਿੰਘ ਬਰਾੜ ਫਰਦਰ ਔਨ ਕਿਸੇ ਸਮੇਂ ਦੇ ਵਿੱਚ ਹੈਪਨਸ ਟੂ ਬੀ ਆਫਿਸ ਬੀਅਰਰ ਆਫ ਸ਼੍ਰੋਮਣੀ ਅਕਾਲੀ ਦਲ ਐਂਡ ਤੁਹਾਡੇ ਲੀਗਲ ਸੈੱਲ ਦੇ ਵਿੱਚ ਇੱਕ ਬਹੁਤ ਵਧੀਆ ਪੋਸਟ ਤੇ ਪ੍ਰਧਾਨ ਸੀਗੇ ਉਹ। ਕੀ ਇਹ ਥੋੜਾ ਜਿਹਾ ਨਿੱਜੀ ਗਰਜ ਵੀ ਆ ਗਿਆ ਸ਼੍ਰੋਮਣੀ ਅਕਾਲੀ ਦਲ ਦਾ? ਮੈਂ ਪਿੱਛੇ ਬਾਦਲ ਨਹੀਂ ਲਾਵਾਂਗੀ ਕਿ ਹਾਂ ਸਾਡੇ ਬੰਦੇ ਨੂੰ ਜੱਜ ਨਹੀਂ ਬਣਾਇਆ ਗਿਆ। ਮੇਰੀ ਇਹ ਪਹਿਲੀ ਬੇਨਤੀ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਲੀਗਲ ਵਿੰਗ ਦੇ ਕਿਸੇ ਵੇਲੇ ਪ੍ਰਧਾਨ ਰਹੇ ਤੇ 3 ਵਾਰੀ ਉਹ ਬਾਰ ਦੇ ਚੇਅਰਮੈਨ ਵੀ ਰਹੇ, ਔਰ ਇਹ ਰਿਕਾਰਡ ਉਹਨਾਂ ਦਾ ਅੱਜ ਤੱਕ ਕੋਈ ਬੀਟ ਨਹੀਂ ਕਰ ਪਾਇਆ। ਸਭ ਤੋਂ ਵੱਧ ਜੇ ਬਾਰ ਦੇ ਕੋਈ ਪ੍ਰਧਾਨ ਚੇਅਰਮੈਨ ਰਹੇ ਹੈ, ਉਹ ਜਿਹੜੇ ਹੁਣ ਵਾਲੇ ਏਜੀ ਜਿਹੜੇ ਪਿੱਛੇ ਅਸਤੀਫਾ ਦੇ ਕੇ ਗਏ ਹੈ, ਮਿਸਟਰ ਅਨਮੋਲ ਰਤਨ ਸਿੱਧੂ ਸਾਹਿਬ, ਜਾਂ ਤਾਂ ਉਹ ਸੀ ਜਾਂ ਇਹ ਹਰਪ੍ਰੀਤ ਬਰਾੜ ਸੀ। ਇਹ ਉਹਨਾਂ ਦੀ ਆਪਣੀ ਕਾਬਲੀਅਤ ਹੈ, ਔਰ ਇਹ ਪੁਰਾਣਾ ਪਹਿਲਾਂ ਬੜਾ ਲੰਮਾ ਸਮਾਂ ਹਾਲੇ ਤੱਕ ਜਦੋਂ ਪਹਿਲੀਆਂ ਦੂਜੀਆਂ ਚੋਣਾਂ ਉਹ ਬਾਰ ਦੀਆਂ ਲੜਦੇ ਸੀ ਉਸ ਵੇਲੇ ਤਾਂ ਸੀਗੇ। ਉਸ ਤੋਂ ਬਾਅਦ ਤਾਂ ਉਹ ਇੰਡੀਪੈਂਡੈਂਟ ਜਿਹੜਾ ਸੀਗਾ ਉਹ ਕੰਮ ਕਰਦੇ ਸੀ, ਔਰ ਜੇ ਇੰਡੀਪੈਂਡੈਂਟ ਕੰਮ ਨਾ ਕਰਦੇ ਹੋਣ, ਸੀਨੀਅਰ ਡੈਜ਼ਿਗਨੇਟ ਨਾ ਹੋਏ ਹੋਣ, ਤੇ ਮਾਨਯੋਗ ਹਾਈ ਕੋਰਟ ਹੀ ਨਹੀਂ ਮੋਹਰ ਲਾਉਂਦੀ। ਇਹ ਪਹਿਲਾ ਸਵਾਲ ਤਾਂ ਇਹ ਹੈ ਕਿ ਇਸ ਗੱਲ ਨਾਲ ਇਹ ਜੇ ਕੋਈ ਇਸ ਕਰਕੇ ਛੱਡਿਆ ਫਿਰ ਤੇ ਉਦੋਂ ਵੀ ਮਾੜੀ ਗੱਲ ਹੈ। ਇਹਦਾ ਮਤਲਬ ਸ਼੍ਰੋਮਣੀ ਅਕਾਲੀ ਦਲ ਦਾ ਜੇ ਕੋਈ ਬੱਚਾ ਕਾਬਲ ਹੋਵੇ ਤੇ ਉਹਨੂੰ ਗਲਾ ਘੁੱਟ ਦੇਣਾ ਕਿ ਇਸ ਕਰਕੇ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪਰਿਵਾਰ ਨਾਲ ਸੰਬੰਧਿਤ ਹੈ, ਇਹ ਤਾਂ ਫਿਰ ਉਦੋਂ ਵੀ ਵੱਡੀ ਇੱਕ ਈਰਖਾ ਵਾਲੀ ਗੱਲ ਸਾਹਮਣੇ ਆਉਂਦੀ ਹੈ ਜੇ ਇਹ ਹੈ। ਪਰ ਇਹੀ ਸਵਾਲ ਤੋਂ ਤੁਹਾਡੇ ਤੋਂ ਇਹ ਜਵਾਬ ਮੰਗਣਾ ਚਾਹੁੰਦੀ ਹਾਂ, ਕਿਉਂਕਿ ਤੁਸੀਂ ਇਹ ਗੱਲ ਤਾਂ ਕਹਿਤੀ ਕਿ ਹਰਪ੍ਰੀਤ ਸਿੰਘ ਬਰਾੜ ਅਗਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਰਹੇ ਨੇ, ਲੀਗਲ ਐਡਵਾਈਜ਼ਰ ਰਹੇ ਨੇ, ਪ੍ਰਧਾਨ ਰਹੇ ਨੇ, ਤਾਂ ਉਹਨਾਂ ਦੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ। ਆਪਾਂ ਚਲੋ ਇਸ ਗੱਲ ਦੇ ਨਾਲ ਸਹਿਮਤ ਵੀ ਹਾਂ। ਅਸੀਂ ਉਮੀਦ ਵੀ ਕਰਦੇ ਹਾਂ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਨਾ ਇਹ ਸਾਰਾ ਪੱਤਰ ਪ੍ਰਾਈਮ ਮਿਨਿਸਟਰ ਨੂੰ ਲਿਖ ਰਹੀ ਹੋਵੇ ਕਿਉਂਕਿ ਉਹਨਾਂ ਦੇ ਨਾਲ ਐਸੋਸੀਏਟਡ ਬੰਦੇ ਨੂੰ ਨਹੀਂ ਰੱਖਿਆ ਗਿਆ। ਇਹ ਆਲ ਟੁਗੇਦਰ ਕਲੈਕਟਿਵਲੀ ਸਿੱਖਾਂ ਦੇ ਲਈ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਹੈ। ਪਰ ਦੂਸਰਾ ਜਿਹੜਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਕਿਉਂ ਨਹੀਂ ਧਿਆਨ ਦਿੱਤਾ ਜਦੋਂ ਜੁਲਾਈ 2022 ਦੇ ਵਿੱਚ ਲਿਸਟ ਦੇ ਵਿੱਚ 13 ਦੇ ਵਿੱਚੋਂ ਸਿਰਫ ਇੱਕ ਸਿੱਖ ਨਾਮ ਸੀਗਾ। ਮੈਂ ਇਹ ਸਮਝਦਾ ਕਿ ਜਿੱਥੇ ਤੁਸੀਂ ਕਿਹਾ ਕਿ ਇੱਕ ਨਾ ਆਇਆ ਤੇ ਤੁਸੀਂ ਉਦੋਂ ਆਵਾਜ਼ ਨਹੀਂ ਉਠਾਈ, ਉਸ ਵੇਲੇ ਘੱਟੋ ਘੱਟ ਇਹ ਲੱਗਦਾ ਸੀ ਵੀ ਕਿ ਸ਼ਾਇਦ ਪਾਰਦਰਸ਼ਤਾ ਨਾਲ ਮੈਰਿਟ ਤੇ ਕੋਈ ਫੈਸਲਾ ਹੋਇਆ ਹੋਵੇ। ਹੋ ਸਕਦਾ ਹੈ ਸੀਨੀਅਰ ਵਕੀਲਾਂ ਦੇ ਵਿੱਚ ਕਿੰਨੇ ਸਿੱਖ ਨੇ, ਇਹ ਅਸੀਂ ਤਾਂ ਡਿਟੇਲ 'ਚ ਨਹੀਂ ਨਾ ਕਹੇ ਕਿ ਕਿਹਨੇ ਕਿਹਨੂੰ ਰਿਕਮੈਂਡ ਕੀਤਾ, ਕਿਉਂਕਿ ਜਿਹੜਾ ਇਹਦਾ ਹਾਈ ਕੋਰਟ ਦੇ ਜੱਜਸ ਦੀ ਰਿਕਮੈਂਡੇਸ਼ਨ ਦਾ ਇੱਕ
ਪ੍ਰੋਸੀਜਰ ਹੈ ਕਿ ਮਾਨਯੋਗ ਹਾਈ ਕੋਰਟ ਦਾ ਜੱਜ ਕਰਦਾ ਕਿ ਚੀਫ ਜਸਟਿਸ ਹੈਗੀ ਹੈ, ਚੋਣ ਹੁੰਦੀ ਹੈ ਜਾਂ ਰეკਮੈਂਡੇਸ਼ਨ ਹੁੰਦੀ ਹੈ। ਉਹਦੇ 'ਚ ਆਮ ਪਾਰਟੀ ਜਾਂ ਆਮ ਇਨਸਾਨ ਨੂੰ ਕੁਝ ਨਹੀਂ ਪਤਾ ਲੱਗਦਾ। ਇਹ ਤਾਂ ਜਿਸ ਦਿਨ ਨਾਂ ਸਾਹਮਣੇ ਆਉਂਦਾ, ਜਿਸ ਦਿਨ ਕੁਲੀਜ਼ਮ ਨੇ ਜਿਹੜੀ ਹੈਗੀ ਹੈ ਲਿਸਟ ਬਾਹਰ ਕੱਢਤੀ ਹੈ ਜਾਂ ਕੁਲੀਜ਼ਮ ਨੇ ਜਿਹੜੀ ਲਿਸਟ ਫਾਈਨਲ ਕਰਤੀ ਹੈ, ਇਸ ਕਰਕੇ ਉਸ ਤੋਂ ਪਹਿਲਾਂ ਸਵਾਲ ਉਠਾਉਣ ਦਾ ਤਾਂ ਜੇ ਕੋਈ ਪਬਲਿਸ਼ ਹੁੰਦੀ ਹੋਵੇ ਲਿਸਟ ਜਾਂ ਕੋਈ ਬਾਹਰ ਆਉਂਦੀ ਹੋਵੇ ਫੇਰ ਹੀ ਹੁੰਦੀ ਹੈ। ਇਸ ਕਰਕੇ ਮੈਂ ਸਮਝਦਾ ਕਿ ਇਹ ਬੇਲੋੜੇ ਤੇ ਬੇਮਾਇਨੇ ਸਵਾਲ ਨੇ। ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਆਪਾਂ ਪੰਜਾਬ ਦੀ ਧਰਤੀ ਤੇ ਬੈਠੇ ਹਾਂ, ਸਿੱਖਾਂ ਦਾ ਪੱਖ ਪੂਰਨ ਦੇ ਲਈ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਚਾਹੀਦਾ। ਮੈਂ ਮੀਡੀਆ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ, ਕਦ ਤੱਕ ਮਰਦੇ ਜਾਵਾਂਗੇ, ਕਦ ਤੱਕ ਦਬਦੇ ਜਾਵਾਂਗੇ? ਜਿੱਥੇ ਛਾਤੀ ਤੇ ਗੋਲੀਆਂ ਖਾਣੀਆਂ ਅਸੀਂ ਉਹ ਵੀ ਤਾਂ ਹਿੱਸਾ ਮੰਗਦੇ ਆ ਨਾ। ਅਸੀਂ ਉਹ ਕਿਹੜਾ ਕਹਿੰਦੇ ਆ ਵੀ ਸਾਨੂੰ ਫੌਜ ਦੇ ਵਿੱਚ ਜਿਹੜਾ ਸਾਡਾ ਡਿਲੀਊਟ ਕੀਤਾ ਹਿੱਸਾ ਉਹ ਨਾ ਦਿਓ। ਜੇ ਅਸੀਂ ਚੰਡੀਗੜ੍ਹ ਦੇ ਵਿੱਚ ਜਿਹੜਾ ਸਾਡੇ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣਾਇਆ ਗਿਆ, ਸਾਡਾ 60% ਹਿੱਸਾ ਰਸੇ ਤੇ ਰੱਖਿਆ ਗਿਆ ਸੀ, ਅੱਜ ਅਸੀਂ ਉਹ ਮੰਗਦੇ ਆ ਤੇ ਕੋਈ ਇਹਦੇ ਚ ਮਾੜੀ ਗੱਲ ਕੀ ਕਰਦੇ ਆ? ਪੰਜਾਬ ਦੀ ਧਰਤੀ ਨੂੰ ਉਜਾੜੇ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਮਾਨਤਾ ਅਸੀਂ ਮੰਗਦੇ ਆ ਤੇ ਕੀ ਗੱਲ ਮਾੜੀ ਮੰਗਦੇ ਆ? ਇਸ ਕਰਕੇ ਮੇਰੀ ਬੇਨਤੀ ਹੈ, ਇਹ ਮੈਂ ਫੇਰ ਦੁਹਰਾ ਦਿਆਂ ਕਿ ਅਕਾਲੀ ਦਲ ਦੇ ਲੀਗਲ ਐਡਵਾਈਜ਼ਰ ਬਹੁਤ ਸਾਲ ਪਹਿਲਾਂ ਰਹੇ, 10-12 ਸਾਲ ਪਹਿਲਾਂ, ਤੇ ਉਸ ਤੋਂ ਬਾਅਦ ਉਹਨਾਂ ਨੇ ਆਪਦੀ ਵਕਾਲਤ ਦਾ ਲੋਹਾ ਮਨਵਾਇਆ। 3 ਵਾਰੀ ਬਾਰ ਦੇ ਚੇਅਰਮੈਨ ਰਹੇ, ਵੱਖ-ਵੱਖ ਪਦਵੀ ਕੰਮ ਕਰਦੇ ਨੇ। ਤੇ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੱਲ ਨਾਲ ਜੋੜ ਕੇ ਇੱਕ ਹੋਰ ਅਨਿਆਂ ਅਸੀਂ ਨਾ ਕਰੀਏ। ਮੈਂ ਮੀਡੀਆ ਨੂੰ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੇ ਇਹ ਕੋਈ ਗੱਲ ਕਰਦਾ ਤਾਂ ਕਿਰਪਾ ਕਰਕੇ, ਇਹ ਕੋਈ ਬੰਦੇ ਦੀ ਇਹ ਨਹੀਂ ਹੈ ਕਿ ਇਹ ਉਹਦੀ ਡੀਮੈਰਿਟ ਹੈ, ਕਿਰਪਾ ਕਰਕੇ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ। ਜੀ, ਚਰਨਜੀਤ ਸਿੰਘ ਬਰਾੜ ਜੀ, ਮੈਂ ਇਹ ਪੁੱਛਣਾ ਚਾਹ ਰਹੀ ਹਾਂ ਕਿ ਕੀ ਆਪਾਂ ਸਿੱਖਾਂ ਦੇ ਲਈ ਕੋਈ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਹਾਂ ਕਿ ਇਹ ਜੱਜਾਂ ਦੀ ਨਿਯੁਕਤੀ ਦੇ ਵਿੱਚ ਇੰਨੇ % ਸਿੱਖਾਂ ਦੀ ਜਿਹੜੀ ਹੈ ਰਿਜ਼ਰਵੇਸ਼ਨ ਹੋਵੇ? ਨਹੀਂ, ਦੇਖੋ ਇਹ ਮੇਰਾ ਖਿਆਲ ਨਾ ਤਾਂ ਪਾਰਟੀ ਫੋਰਮ ਤੇ ਕਿਤੇ ਗੱਲ ਉੱਠੀ ਹੈ ਔਰ ਨਾ ਹੀ ਹੋ ਸਕਦਾ ਕਿ ਜਿਸ ਕਿਸਮ ਦੀ ਗੱਲ ਹੋ ਸਕਦੀ ਹੈ। ਜਿੰਨੀ ਕਿ ਮੈਨੂੰ ਜਾਣਕਾਰੀ ਹੈ, ਹੋ ਸਕਦਾ ਮੈਂ ਅਧੂਰਾ ਹੋਵਾਂ ਇਸ ਜਾਣਕਾਰੀ ਦੇ, ਰਾਈਟ ਨੇ ਜਾਂ ਜੋ ਉਹੀ ਦੱਸ ਸਕਦੇ ਆ। ਪਰ ਸਾਡੀ ਤਾਂ ਇੱਕੋ ਮੰਗ ਹੈਗੀ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਬਣੀ ਹੈ, ਜੇ ਉੱਥੇ ਤਾਂ ਘੱਟੋ ਘੱਟ ਕੋਈ ਜਿਹੜਾ ਹੈਗਾ ਇੱਕ ਕੋਈ ਸਿਸਟਮ ਕੋਈ ਜਾਂ ਕੋਈ ਇੱਕ ਸਾਧਨ ਬਣਨਾ ਚਾਹੀਦਾ ਹੈ। ਔਰ ਸਾਰੀ ਲਿਸਟ ਦੇ ਵਿੱਚੋਂ ਹੀ ਸਾਰੇ ਨਾਂ ਗਏ, ਮਤਲਬ ਕੋਈ ਸਿੰਘ ਹੋਵੇ ਹੀ ਨਾ। ਇਹ ਕਿਵੇਂ ਹੋ ਸਕਦਾ ਹੈ ਕਿ ਸਾਡੇ ਬੱਚੇ ਕੋਈ ਕਾਬਲ ਹੀ ਨਹੀਂ ਹੈ? ਇਹ ਨਾ, ਮਤਲਬ ਇਹ ਗੱਲ ਬਰਦਾਸ਼ਤ ਨਹੀਂ ਹੁੰਦੀ ਕਿ ਮਨ ਨੂੰ ਲੱਗਦੀ ਨਹੀਂ ਹੈ ਕਿ ਸਾਡੇ ਬੱਚੇ ਕਿੰਨੇ ਕਾਬਲ ਹੈ ਔਰ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਸਾਰੀ ਲਿਸਟ ਚੋਂ ਜਿਹੜਾ ਨਾ ਕੋਈ ਆਏ ਵੀ ਉਹ ਵੀ ਡਿਲੀਟ ਕਰ ਦਿੱਤੇ ਨੇ। ਚਰਨਜੀਤ ਸਿੰਘ ਜੀ, ਕੋਈ ਏਦਾਂ ਦਾ ਡਾਟਾ ਤੁਸੀਂ ਦੇ ਸਕਦੇ ਹੋ ਮੈਨੂੰ ਕਿ ਆਪਣੇ ਇੰਨੇ ਸਿੱਖ ਸੀਨੀਅਰ ਐਡਵੋਕੇਟ ਹੈਗੇ ਨੇ ਜਿਹੜੇ ਕਾਬਿਲ ਨੇ, ਜਿਨ੍ਹਾਂ ਨੂੰ ਐਲੀਵੇਟ ਕੀਤਾ ਜਾ ਸਕਦਾ ਜੱਜ ਦੇ ਅਹੁਦੇ ਤੱਕ? ਦੇਖੋ, ਮੈਂ ਬੇਨਤੀ ਇਸ ਗੱਲ ਦੀ ਕਰਾਂ ਕਿ ਇਹ ਤੇ ਫਿਰ ਮੌਜੂਦਾ ਸਾਰੇ ਸਿਸਟਮ ਤੇ ਹੀ ਉਂਗਲ ਉੱਠਣੀ ਹੋਊਗੀ। ਤੇ ਇਹ ਤਾਂ ਕੋਈ ਵਕੀਲ ਸਾਹਿਬਾਨ ਨਹੀਂ ਦੱਸ ਸਕਦਾ ਤੇ ਅਸੀਂ ਉਸ ਲੜਾਈ 'ਚ ਨਹੀਂ ਪੈਣਾ ਚਾਹੁੰਦੇ ਜਿਹਦੇ ਨਾਲ ਵਕੀਲਾਂ ਦੀ ਤੇ ਮੌਜੂਦਾ ਜਿਹੜੇ ਰეკਮੈਂਡ ਕਰਨ ਵਾਲੇ ਹਾਈ ਕੋਰਟ ਦੇ ਜੱਜਸ ਸਾਹਿਬਾਨ ਹੈ ਉਹਨਾਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਪਾੜਾ ਲੜਾਈ ਪਵਾਈਏ। ਪਰ ਮੇਰਾ ਤਾਂ ਸਵਾਲ ਇੱਕੋ ਹੀ ਹੈ ਕਿ ਜੇਕਰ ਇਸ ਚੀਜ਼ ਨੂੰ ਵਾਚਣਾ ਜ਼ਰੂਰ ਕਿਤੇ ਨਾ ਕਿਤੇ ਬਣਦਾ ਹੈ। ਜੇ ਕੁਲੀਜ਼ਮ ਦੇ ਵੀ ਰეკਮੈਂਡੇਸ਼ਨ ਤੋਂ ਬਾਅਦ ਜੇ ਨਿਯੁਕਤੀਆਂ ਜਿਹਦੀਆਂ ਹੋ ਗਈਆਂ ਉਹਨਾਂ ਨੂੰ ਤਾਂ ਚਲੋ ਵਧਾਈ, ਜਿਹੜੇ ਛੱਡ ਦਿੱਤੇ ਆ ਉਹਨਾਂ ਤੋਂ ਪੰਜਾਬ ਤੇ ਦੇਸ਼ ਜਵਾਬ ਚਾਹੁੰਦਾ ਕਿ ਕਾਰਨ ਕੀ ਨੇ ਪਿੱਛੇ। ਜਾਂ ਤਾਂ ਇਸ਼ਤਿਹਾਰ ਦੇ ਦੇਣ ਅਖਬਾਰ 'ਚ ਕਿ ਆਹ ਕਾਰਨ ਨੇ ਜੀ, ਫਿਰ ਵੀ ਪਤਾ ਲੱਗ ਜਾਏ ਕਿ ਚਲੋ ਹੋ ਸਕਦਾ ਹੈ ਕੋਈ ਸਾਡੇ ਤੋਂ ਵੀ ਲੁਕੇ ਕਾਰਨ ਹੋ ਸਕਦੇ ਆ ਤੇ ਉਹਨਾਂ ਨੇ ਆਪਦੀ ਥਾਂ ਤੇ ਕਾਨੂੰਨ ਦੇ ਘਾੜਿਆਂ ਨੇ ਸਹੀ ਕੀਤਾ ਹੋਵੇ। ਪਰ ਪਤਾ ਤਾਂ ਲੱਗੇ ਨਾ ਇਸ ਚੀਜ਼ ਦਾ, ਇਸ ਤਰ੍ਹਾਂ ਦਾ ਵਿਤਕਰਾ ਕਿਉਂ ਹੋਵੇ। ਮਤਲਬ ਇਹ ਸਵਾਲ ਇੱਕੋ ਹੀ ਹੈ ਕਿ ਇਹ ਪੰਜਾਬ ਦੇ ਲੋਕ, ਦੇਸ਼ ਦੇ ਲੋਕ ਇਹ ਜਾਣਕਾਰੀ ਚਾਹੁੰਦੇ ਆ। ਸੁਖਬੀਰ ਸਿੰਘ ਬਾਦਲ ਜੀ ਨੇ ਪੱਤਰ ਲਿਖਿਆ ਤਾਂ ਉਹਦੇ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਕਿਹਾ ਟੂ ਰੀਵਿਜ਼ਿਟ ਦਿਸ ਡਿਸੀਜਨ, ਜਿਹਦੇ ਵਿੱਚ 11 ਦੇ 11 ਜੱਜਸ ਦੇ ਵਿੱਚ ਨਾਨ ਸਿੱਖ ਨੇ ਸਾਰੇ। ਤੁਹਾਨੂੰ ਲੱਗਦਾ ਹੈ ਕਿ ਕੋਈ ਕਾਰਵਾਈ ਇਸ ਪੱਤਰ ਤੋਂ ਬਾਅਦ ਹੋਏਗੀ? ਕੀ ਉਮੀਦ ਹੈ ਤੁਹਾਨੂੰ? ਦੇਖੋ, ਦੋ ਗੱਲਾਂ ਹੁੰਦੀਆਂ ਜੀ ਕਿ ਕਾਰਵਾਈ ਤੁਰੰਤ ਕੀ ਹੋ ਸਕਦੀ ਹੈ ਕੀ ਨਹੀਂ ਹੋ ਸਕਦੀ, ਇਹ ਤੇ ਹਾਲਾਤ ਦੱਸਣਗੇ। ਪਰ ਮੈਂ ਇਹ ਕਹਿ ਸਕਦਾ ਕਿ ਜਿੱਥੇ ਸਾਨੂੰ ਲੱਗਦਾ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ ਔਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਆਵਾਜ਼ ਆਪਦੀ ਚੁੱਕਦਾ ਆ, ਭਾਵੇਂ ਵਿੱਚ ਬੈਠੇ ਵੀ ਚੁੱਕਦੇ ਰਹੇ ਆ, ਬਾਹਰ ਬੈਠੇ ਵੀ ਚੁੱਕਾਂਗੇ। ਸੁਣਵਾਈ ਕਿੰਨੀ ਹੁੰਦੀ ਹੈ ਕਿੰਨੀ ਨਹੀਂ ਹੁੰਦੀ ਇਹਦੇ ਤੇ ਕੀ ਅਗਲੀ ਰੂਪਰੇਖਾ ਪਾਰਟੀ ਦੇ ਵਿੱਚ ਬਣਾਉਣੀ ਹੈ ਵਕਤ ਦੱਸੇਗਾ। ਪਰ ਜੋ ਸਾਨੂੰ ਲੱਗਿਆ ਕਿ ਆਹ ਗੱਲ ਗਲਤ ਹੋ ਰਹੀ ਹੈ, ਸਿੱਖਾਂ ਨਾਲ ਧੱਕਾ ਹੈ, ਧਰੋਹ ਹੈ, ਤਾਂ ਉਹ ਸਾਡੇ ਲਈ ਆਵਾਜ਼ ਉਠਾਉਣਾ ਜ਼ਰੂਰੀ ਸੀ। ਅਸੀਂ ਉਠਾਈ ਹੈ, ਆਪਣਾ ਫਰਜ਼ ਨਿਭਾਇਆ। ਔਰ ਅੱਗੇ ਕੀ ਕਰਨਾ ਪਏਗਾ ਇਹ ਜ਼ਰੂਰ ਲੀਗਲ ਟੀਮ ਨਾਲ ਬੈਠ ਕੇ ਜਾਂ ਪਾਰਟੀ ਦੀ ਜਦੋਂ ਕੋਰ ਕਮੇਟੀ ਬੈਠੇਗੀ ਇਹ ਉਹਦੇ 'ਚ ਫੈਸਲਾ ਹੋਏਗਾ ਔਰ ਉਹੀ ਫੈਸਲਾ ਕਰਨਗੇ। ਮੇਰਾ ਆਖਰੀ ਸਵਾਲ ਹੈ ਤੁਹਾਨੂੰ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ
ਸਿੱਖ ਇਸ਼ੂਜ਼ ਨੂੰ ਐਡਰੈਸ ਕਰਨ ਦੇ ਲਈ ਪਾਰਟੀ ਹੈ ਔਰ ਸਿੱਖ ਇਸ਼ੂਜ਼ ਦੇ ਵਿੱਚ ਇੱਕ ਜੱਜਿਸ ਦੇ ਨਾਲ ਜਦੋਂ ਗੱਲ ਆਉਂਦੀ ਹੈ ਤਾਂ ਫਿਰ ਇਹ ਵੀ ਆਉਂਦੀ ਹੈ ਕਿ 2017 ਤੋਂ ਸੁਪਰੀਮ ਕੋਰਟ ਦੇ ਵਿੱਚ ਕੋਈ ਵੀ ਸਿੱਖ ਜੱਜ ਨਹੀਂ ਹੈ, ਨਿਗਲੀਜੀਬਲ। ਸੋ ਇਸ ਚੀਜ਼ ਤੇ ਸ਼੍ਰੋਮਣੀ ਅਕਾਲੀ ਦਲ ਇੰਨੇ ਸਾਲਾਂ ਤੋਂ ਚੁੱਪ ਕਿਉਂ ਸੀ? ਦੇਖੋ ਮੇਰੀ ਬੇਨਤੀ ਹੈ ਕਿ ਜਿਹੜੀ ਸੁਪਰੀਮ ਕੋਰਟ ਹੈ ਮਾਨਯੋਗ, ਉਹ ਦੇਸ਼ ਦੀ ਹੈ। ਔਰ ਚਲੋ ਉੱਥੇ ਤੱਕ ਕੌਣ ਪਹੁੰਚਦਾ, ਖੇਰ ਸਾਹਿਬ ਪਹੁੰਚੇ, ਇਹਦੇ ਚ ਕੋਈ ਦੋ ਰਾਏ ਨਹੀਂ। ਸ਼ਾਇਦ ਐਕਟਿੰਗ ਚੀਫ ਜਸਟਿਸ ਵੀ ਰਹੇ, ਜਾਂ ਮੇਰੀ ਜਾਣਕਾਰੀ ਗਲਤ ਨਾ ਹੋਵੇ, ਤਾਂ ਉਹ ਇੱਕ ਵੱਖਰਾ ਮੁੱਦਾ ਹੈ। ਇਹ ਤੇ ਪੰਜਾਬ ਦੀ ਧਰਤੀ ਤੇ ਬਣਿਆ ਤੇ ਇਹ ਹਾਲਾਤ ਹੋ ਜਾਂਦੇ ਕਿ ਮੇਰਾ ਖਿਆਲ 5-7 ਸਾਲਾਂ ਨੂੰ ਇੱਥੇ ਕੋਈ ਨਹੀਂ ਲੱਭਣਾ, ਤੇ ਆਪਾਂ ਸੁਪਰੀਮ ਕੋਰਟ ਦੇ ਵਿੱਚ ਤਾਂ ਜਾ ਕੇ ਗੱਲ ਕਰਨੀ ਦੂਰ ਹੈ ਨਾ। ਜੇ ਜੱਜਸ ਹਾਈ ਕੋਰਟ ਚ ਨਿਯੁਕਤ ਹੋਣਗੇ ਤਾਂ ਕਦੇ ਸੁਪਰੀਮ ਕੋਰਟ ਜਾ ਸਕਦੇ ਆ, ਤੇ ਡਾਇਰੈਕਟਲੀ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿਮਰਨਜੀਤ ਸਿੰਘ ਮਾਨ ਐਮਪੀ ਐਜ਼ ਐਮਪੀ ਉੱਥੇ ਜਾ ਕੇ ਇਹ ਮੁੱਦਾ ਚੱਕਦੇ ਨੇ ਕਿ ਸਿੱਖਾਂ ਦੀ ਕੋਈ ਵੀ ਨੁਮਾਇੰਦਗੀ ਨਹੀਂ ਹੈਗੀ ਐਜ਼ ਅ ਜੱਜ ਸੁਪਰੀਮ ਕੋਰਟ ਦੇ ਵਿੱਚ। ਤਾਂ ਇਹਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਵਿਚ ਇਜ਼ ਬੀਇੰਗ ਲੈਡ ਬਾਈ ਸੁਖਬੀਰ ਸਿੰਘ ਬਾਦਲ, ਫਿਰ ਉਹ ਏਦਾਂ ਕਿਉਂ ਕਹਿਣ ਕਿ ਅਸੀਂ ਰੀਜਨਲ ਇਸ਼ੂਜ਼ ਤੇ ਹੀ ਰਵਾਂਗੇ? ਇਹ ਮੇਰੀ ਬੇਨਤੀ ਹੈ ਕਿ ਅਸੀਂ ਰੀਜਨਲੀ ਬਚਾ ਲਈਏ। ਅਸੀਂ ਤਾਂ ਇਹੀ ਅਰਦਾਸ ਬੇਨਤੀ ਕਰਦੇ ਹਾਂ ਪਰਮਾਤਮਾ ਅੱਗੇ ਵੀ, ਔਰ ਲੋਕਾਂ ਤੋਂ ਵੀ ਇਸੇ ਦਾ ਹੀ ਸਾਥ ਮੰਗਦੇ ਹਾਂ। ਅਸੀਂ 1.5-2% ਲੋਕ ਸਾਰੇ ਦੇਸ਼ ਦੇ ਵਿੱਚ ਹੈਗੇ ਆ। ਸਾਨੂੰ ਦੇਸ਼ ਦੀ ਸਰਵਉੱਚ ਹਾਈ ਕੋਰਟ ਦੇ ਵਿੱਚ ਮਿਲਣ ਤੋਂ ਜਿਹੜਾ ਹੈਗਾ ਉਹ ਇੱਕ ਕਿਸਮ ਦਾ ਹੱਥ ਧੋਣ ਪੈ ਰਿਹਾ। ਅਸੀਂ ਪਹਿਲੀ ਲੜਾਈ, ਪਹਿਲੀ ਜੋ ਸ਼ੁਰੂਆਤ ਕੀਤੀ ਹੈ ਹਾਈ ਕੋਰਟ ਤੋਂ ਕੀਤੀ ਹੈ। ਪਰਮਾਤਮਾ ਮਿਹਰ ਕਰੇ, ਜਿਵੇਂ ਆਜ਼ਾਦੀ ਦੇ ਵਿੱਚ ਵੱਡੀਆਂ ਸ਼ਹਾਦਤਾਂ ਦੇ ਕੇ ਹਿੱਸਾ ਪਾਇਆ, ਕਦੇ ਮੌਕਾ ਬਣਿਆ ਤੇ ਆਪੇ ਹਾਲਾਤ ਬਦਲਣਗੇ। ਜੀ ਚਰਨਜੀਤ ਸਿੰਘ ਬਰਾੜ ਜੀ, ਥੈਂਕ ਯੂ। ਪਰ ਇੱਥੇ ਆਪਾਂ ਆਪਣੇ ਦਰਸ਼ਕਾਂ ਨੂੰ ਕਲੀਅਰ ਕਰ ਦਿੰਦੇ ਹਾਂ ਕਿ ਸਾਡਾ ਕੋਈ ਵੀ ਏਦਾਂ ਦਾ ਮੰਤਵ ਨਹੀਂ ਸੀਗਾ ਕਿ ਜਿਹੜੇ ਜੱਜ ਚੁਣੇ ਗਏ ਨੇ ਉਹਨਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਉਹਨਾਂ ਦੀ ਕਾਬਲੀਅਤ ਤੇ ਸਵਾਲ ਚੁੱਕਿਆ ਜਾਵੇ। ਇਹ ਹਰਗਿਜ਼ ਵੀ ਏਦਾਂ ਦੀ ਸਾਡੀ ਐਬਿਲਿਟੀ ਵੀ ਨਹੀਂ ਹੈ, ਕੈਪੇਬਿਲਿਟੀ ਵੀ ਨਹੀਂ ਹੈ। ਮੁੱਦਾ ਸਿਰਫ ਇੰਨਾ ਸੀ ਕਿ ਸਿੱਖਾਂ ਦੀ ਪ੍ਰਤੀਨਿਧਤਾ ਐਜ਼ ਏ ਜੱਜ ਇਨ ਇਟਸੈਲਫ ਆਪਣੀ ਸਟੇਟ ਪੰਜਾਬ ਦੇ ਵਿੱਚ ਕਿਉਂ ਘਟ ਰਹੀ ਹੈ। ਥੈਂਕ ਯੂ ਸੋ ਮਚ ਚਰਨਜੀਤ ਸਿੰਘ ਬਰਾੜ ਜੀ ਆਪਣਾ ਸਮਾਂ ਦੇਣ ਦੇ ਲਈ। ਬਹੁਤ ਧੰਨਵਾਦ ਜੀ। ਮੈਂ ਵੀ ਕੋਈ ਨਾ ਪੇਸ਼ੇ ਤੋਂ ਵਕੀਲ ਹੈ, ਹੋ ਸਕਦਾ ਮੇਰੀ ਭਾਸ਼ਾ, ਮੇਰੇ ਸ਼ਬਦ ਕੋਰਟ ਦੀ ਮਰਜ਼ਾਦਾ ਦੇ ਅਨੁਕੂਲ ਨਾ ਹੋਣ। ਹੋ ਸਕਦਾ ਕਈ ਵਕੀਲ ਸਾਹਿਬਾਨ ਜਾਂ ਜੱਜ ਸਾਹਿਬਾਨ ਤੁਹਾਡੇ ਇਹ ਪ੍ਰੋਗਰਾਮ ਸੁਣ ਕੇ ਕੋਈ ਟਿੱਪਣੀਆਂ ਵੀ ਕਰਨ, ਮੈਂ ਉਹਨਾਂ ਤੋਂ ਮਾਫੀ ਚਾਹੁੰਦਾ। ਸਾਡੀ ਭਾਵਨਾ ਇੱਕ ਇਹ ਹੈਗੀ ਹੈ ਕਿ ਕੁਲੀਜ਼ਮ ਤੋਂ ਬਾਅਦ ਜੇ ਕੋਈ ਨਾ ਹਟਦਾ ਤਾਂ ਇਹ ਬਹੁਤ ਇੱਕ ਸੋਚਣ ਵਾਲੀ ਗੱਲ ਹੈ। ਔਰ ਦੂਸਰੀ ਗੱਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਜਿਹੜੇ ਪੰਜਾਬ ਦੇ ਲਈ ਬਣੀ ਹੈ, ਘੱਟੋ ਘੱਟ ਇੱਥੇ ਜਿਹੜੇ 80% ਕੁਰਬਾਨੀਆਂ ਦੇਣ ਵਾਲੀ ਕੌਮ ਦਾ ਹੱਥ ਬੰਨ ਕੇ ਬੇਨਤੀ ਹੈ ਕਿ ਖਿਆਲ ਜ਼ਰੂਰ ਰੱਖਿਆ ਜਾਵੇ। ਧੰਨਵਾਦ ਜੀ, ਸ਼ੁਕਰੀਆ ਜੀ।